दे के कुर्बानियां ते, दे के कुर्बानियां ते वार के जवानियां नू, दे के कुर्बानियां ते वार के जवानियां नू। राज कायम किया सिंघा सरदारा ने, सिख राज कायम किया सिंघा सरदारा ने। ऐसी मार मारी खाल, ऐसी मार मारी खाल साई तलवारा ने, ऐसी मार मारी खाल साई तलवारा ने। शेर पंजाब जी दे, शेर पंजाब जी दे शाही दरबार विच बेटा नजराने तारे, बेटा नजराने तारे कई सरकारां ने, बेटा नजराने तारे कई सरकारां ने। जिस राज दिया तुम, जिस राज दिया तुम पैया कुलवंत सिंघा कीता बर्बाद ओनू, कीता बर्बाद ओनू कौम दे गदारा ने, कीता बर्बाद ओनू कौम दे गदारा ने। हो सतगुरां दे पावन चरनां जुड़ बैठी गरीब नवाज सतगुरां दी साजी नवाजी सत संगत जी, दर फतेह प्रवान करो और प्यास है आखो जी वाहेगुरु जी का खालसा वाहेगुरु जी की फतेह। भाई साहब भाई अमरीक सिंह जी हुणां पासों आपां सारे ही सरवण कर रहे सां खालसे दी ओह चढ़त जिहदा संबंध सरहंद दीआं दीवारां दे नाल अज दे दिन तक साडा मौजूद है। वो जिहड़ी दास्तान सरवण करके अज भी गुरु दा सिख सोचदा कि मैनू कोई लै जावे और मैं दीवारां दे नाल टक्कर मार के अपना खून वहा के कौम दे कौमी परवानियां नू शरदा सुमन अर्पित करां। जिहड़ी लड़ी मैं प्रारंभ कीती हुई है उसनू अगे ले जाना चाहुंदा हां।
ਸਿੱਖ ਇਤਿਹਾਸ ਦੇ ਖੂਨੀ ਪੱਤਰੇ, ਜਿਸ ਨੂੰ ਵਿਦਵਾਨਾਂ ਨੇ ਲਿਖਿਆ, ਖੂਨੀ ਪੱਤਰੇ ਆਪਣਾ ਭਿਅੰਕਰ ਰੂਪ ਅੱਜ ਦੇ ਦੀਵਾਨ ਤੋਂ ਅਖਤਿਆਰ ਕਰ ਲੈਣਗੇ। ਤੁਸਾਂ ਨੇ ਸਰਵਣ ਕੀਤਾ ਪਰਸੋਂ ਦੇ ਦੀਵਾਨ 'ਚ, ਕਿਉਂਕਿ ਕੱਲ ਦਾ ਦੀਵਾਨ ਕੌਮ ਦੇ ਕੌਮੀ ਪਰਵਾਨਿਆਂ ਨੂੰ ਮੈਂ ਸਮਰਪਿਤ ਕੀਤਾ ਸੀ। ਸਰਵਣ ਕੀਤਾ ਸੀ ਮਹਾਰਾਜਾ ਖੜਕ ਸਿੰਘ ਜੀ 38 ਸਾਲ 9 ਮਹੀਨੇ ਦੀ ਆਯੂ ਭੋਗ ਕੇ, 1 ਸਾਲ 28 ਦਿਨ ਕੈਦ ਵਿੱਚ ਰਹਿ ਕੇ, ਜਿਹਦੇ ਚੋਂ 10 ਮਹੀਨੇ ਬਿਮਾਰ ਰਹਿ ਕੇ, 3 ਮਹੀਨੇ 11 ਦਿਨ ਰਾਜ ਕਰਕੇ ਇਸ ਦੁਨੀਆ ਮੁਕਾਮੇ ਫਾਨੀ ਤੋਂ ਵਿਦਾ ਹੋ ਗਏ। 5 ਨਵੰਬਰ ਸਨ 1840 ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਲਾਗੇ ਹੀ ਸਾਡੇ ਕੋ 3 ਮਹੀਨੇ ਬਾਅਦ ਉਹਦੇ ਜੇਠੇ ਪੁੱਤਰ 38 ਸਾਲ ਲਗਭਗ ਪੌਣੇ 39 ਸਾਲ ਦੇ ਪੰਜਾਬੀਆਂ ਦੇ ਬਾਦਸ਼ਾਹ ਦੀ ਮੜੀ ਲੱਟ ਕਰਕੇ ਬਲ ਉੱਠੀ। ਉਸ ਤੋਂ ਬਾਅਦ ਤੁਸਾਂ ਨੇ ਕਵਰਨਾਉ ਨਿਹਾਲ ਦੇ ਉੱਤੇ ਛੱਜਾ ਡਿੱਗਦਾ ਹੋਇਆ ਵੇਖਿਆ, ਜਿਹੜਾ ਬੇਈਮਾਨ ਧਿਆਨ ਸਿੰਘ ਡੋਗਰੇ ਨੇ ਕਰਨਲ ਵਿਜੇ ਸਿੰਘ ਰਾਹੀਂ ਸਟਵਾਇਆ। ਕਵੀ ਨੇ ਜੋ ਸਤਰਾਂ ਲਿਖੀਆਂ ਹਨ ਮੈਂ ਦੁਬਾਰਾ ਦੁਹਰਾ ਦਿਆਂ ਤੁਹਾਡੇ ਚਰਨਾਂ 'ਚ। ਛੱਜਾ ਡਿੱਗਿਆ ਕਿਸਮਤ ਪੰਜਾਬ ਦੀ ਤੇ, ਇਹ ਨੌ ਨਿਹਾਲ ਤੇ ਵਿਦਵਾਨਾਂ ਆਖਿਆ ਨਹੀਂ ਡਿੱਗਾ, ਪੰਜਾਬ ਦੀ ਕਿਸਮਤ ਉੱਤੇ ਡਿੱਗ ਪਿਆ। ਫਟਰ ਮਹਾਰਾਜਾ ਨੌ ਨਿਹਾਲ ਹੋਇਆ, ਬੇੜੀ ਡੁੱਬੀ ਧਿਆਨ ਸਿੰਘ ਡੋਗਰੇ ਦੀ ਲਾਗੂ ਜਾਨ ਦਾ ਦੁਸ਼ਮਣ ਚੰਡਾਲ ਹੋਇਆ। ਕੱਤ ਪਾਲਕੀ ਕਿਲੇ ਦੇ ਵਿੱਚ ਲੈ ਗਏ, ਬਾਹਰੋਂ ਬੰਦ ਬੂਆ ਹੁਕਮ ਨਾਲ ਹੋਇਆ। ਅੱਗੇ ਸੁਣੋ ਕਲੇਜੇ ਤੇ ਹੱਥ ਧਰ ਕੇ ਜਾ ਕੇ ਵਿੱਚ ਮਹਿਲੀ ਜਿਹੜਾ ਹਾਲ ਹੋਇਆ। ਦਰਵਾਜ਼ਾ ਬੰਦ ਕਰ ਦਿੱਤਾ ਗਿਆ। ਸਰਦਾਰ ਦੇਸਾ ਸਿੰਘ ਨੇ ਦੌੜ ਕੇ ਇੱਕ ਵਾਰੀ ਦਰਵਾਜ਼ਾ ਖੋਲਣ ਦਾ ਯਤਨ ਕੀਤਾ, ਪਰ ਬੇਈਮਾਨਾਂ ਨੇ ਧੱਕੇ ਮਾਰ ਕੇ ਉਸ ਨੂੰ ਪਿਛਾਂਹ ਹਟਾ ਦਿੱਤਾ। 9 ਸੱਸ ਮਹਾਰਾਣੀ ਚੰਦ ਕੌਰਾਂ, ਉਸ ਦੀ ਨੂੰਹ ਜਿਹੜੀ ਵਿਚਾਰੀ ਮਲੂਕੜੀ ਜਿਹੀ ਸੀ। ਪੁਰਾਤਨ ਸਮਾਂ ਸੀ ਜਿਸ ਦਿਨ ਮਹਾਰਾਜਾ ਦਲੀਪ ਸਿੰਘ ਦੇ ਮਾਫ ਕਰਨਾ ਨੌ ਨਿਹਾਲ ਦੇ ਉੱਤੇ ਛੱਜਾ ਸੁੱਟਿਆ ਗਿਆ। ਇਹਦੀ ਆਯੂ ਕਿੰਨੀ ਹੈ? 19 ਸਾਲ 7 ਮਹੀਨੇ ਔਰ 27 ਦਿਨ, ਜਿਹਦੇ ਚੋਂ 1 ਸਾਲ 28 ਦਿਨ ਉਸਨੇ ਪੰਜਾਬ ਦੀ ਧਰਤੀ ਦੇ ਉੱਤੇ ਰਾਜ ਕੀਤਾ। 19 ਸਾਲ 7 ਮਹੀਨੇ 27 ਦਿਨ ਦਾ ਬਾਦਸ਼ਾਹ ਕਿੰਨੀ ਉਮਰ ਦਾ ਹੋਇਆ ਕਰਦਾ, ਕਿੰਨੀਆਂ ਕੁ ਬਸੰਤਾਂ ਉਸਨੇ ਵੇਖ ਲਈਆਂ ਨੇ। ਪੁਰਾਤਨ ਸਮਾਂ ਸੀ, ਉਹਨਾਂ ਸਮੇਂ 'ਚ ਛੋਟੇ ਛੋਟੇ ਬੱਚਿਆਂ ਦਾ ਹੀ ਵਿਆਹ ਕਰ ਦਿੱਤਾ ਜਾਂਦਾ ਸੀ, ਬਹੁਤੀ ਆਜੂ ਨਹੀਂ ਸੀ ਹੁੰਦੀ। ਬੀਬੀ ਨਾਨਕੀ ਵਿਚਾਰੀ ਬਿਲਕੁਲ ਮਲੂਕੜੀ ਜਿਹੀ ਸੀ, ਸਰਦਾਰ ਸ਼ਾਮ ਸਿੰਘ ਅਟਾਰੀ ਦੀ ਪੁੱਤਰੀ। ਇਹ 9 ਸੱਸ ਮਹਾਰਾਜਾ ਖੜਕ ਸਿੰਘ ਦੀ ਮੜੀ ਨੂੰ ਬਲਦਿਆਂ ਹੋਇਆ ਤੱਕਰੇ ਨੇ, ਜਾਂ ਆਪਣੇ ਆਪ ਨੂੰ ਸੰਭਾਲਦਿਆਂ ਹੋਇਆ ਨਾ। ਜਿਸ ਮਹਾਰਾਣੀ ਸਾਹਿਬਾ ਸਾਹਮਣੇ ਉਹ 1000 ਵਾਰ ਸਿਰ ਝੁਕਾਉਂਦਾ ਸੀ, ਦੇਸਾ ਸਿੰਘ ਸਰਦਾਰ ਨੇ ਮੋਢੇ ਤੋਂ ਹਲੂਣ ਕੇ ਆਖਿਆ, ਮਹਾਰਾਣੀ ਸਾਹਿਬਾ ਤੂੰ ਪਤੀ ਨੂੰ ਰੋਣ ਰਹੀ ਆ, ਤੇਰਾ ਪੁੱਤ ਵੀ ਗਿਆ। ਮਾਰ ਸੁੱਟਿਆ ਹੀ ਜ਼ਾਲਮਾਂ ਨੇ। ਉਹ ਕਿਲੇ ਦੇ ਵਿੱਚ ਲੈ ਗਏ ਨੇ, ਮੈਨੂੰ ਧੱਕੇ ਦੇ ਕੇ ਬਾਹਰ ਸੁੱਟ ਦਿੱਤਾ। ਉਹ ਦੁਹਾਈ ਰੱਬ ਦੀ, ਮੈਨੂੰ ਨਹੀਂ ਪਤਾ ਉਹ ਕੀ ਕਰਨਗੇ। ਪਤੀ ਦੀ ਮੜੀ ਬਲ ਰਹੀ ਹੈ। ਹੁਣ ਉਸਦੇ ਹਿਰਦੇ 'ਚ ਪਤੀ ਦਾ ਦੁੱਖ ਮਾਨੋ ਖੰਭ ਲਾ ਕੇ ਕਿਤੇ ਉੱਡ ਗਿਆ ਹੋਵੇ। ਉਹਦੇ ਹਿਰਦੇ 'ਚ ਪੁੱਤਰ ਮੋਹ ਜਗ ਪਿਆ। ਮਾਂ ਤੇ ਔਲਾਦ ਵਾਸਤੇ ਆਪਣੀ ਜਾਨ ਵੀ ਦੇ ਦਿੰਦੀ ਹੈ। ਜਿਸ ਔਲਾਦ ਨੂੰ ਪਾਉਣ ਵਾਸਤੇ ਦੁਨੀਆ ਦੇ ਲੋਕ ਵੱਡੇ ਵੱਡੇ ਪਾਪੜ ਵੇਲਦੇ ਹਨ, ਭਾਵੇਂ ਸ਼ਾਹੀ ਮਹਿਲਾਂ ਦੀਆਂ ਪਟਰਾਣੀਆਂ ਹੁਣ, ਭਾਵੇਂ ਗਰੀਬ ਘਰ ਦੀਆਂ ਔਲਾਦ, ਹਰ ਇੱਕ ਵਾਸਤੇ ਇੱਕੋ ਜਿਹੀ ਹੋਇਆ ਕਰਦੀ ਹੈ। ਕਿਸੇ ਵਿਦਵਾਨ ਸੱਜਣ ਇੱਥੇ ਚੰਦ ਸਤਰਾਂ ਲਿਖੀਆਂ ਨੇ। ਉਹ ਕਹਿੰਦਾ ਕਲਯੁਗ, ਦੁਆਪਰ, ਤ੍ਰੇਤਾ ਤੇ ਸਤਯੁਗ ਗੱਲਾਂ ਅੱਜ ਨਹੀਂ ਚਿਰਦੀਆਂ ਵੇਖੀਆਂ ਮੈਂ। ਰੂਪਵੰਤੀਆਂ ਨੇ ਖਾਤਰ ਪੁੱਤਰਾਂ ਦੀ ਲਾਈਆਂ ਬਾਜੀਆਂ ਸਿਰਦੀਆਂ ਵੇਖੀਆਂ ਮੈਂ। ਸੌਣ ਮਾਂ ਦੀ ਝੜੀ ਦੇ ਵਾਂਗ ਬੂੰਦਾਂ ਦੋਹਾਂ ਅੱਖਾਂ ਚੋਂ ਕਿਰਦੀਆਂ ਵੇਖੀਆਂ ਮੈਂ। ਕਿਸੇ ਤਰ੍ਹਾਂ ਵੀ ਪੁੱਤ ਦੀ ਦਾਤ ਮਿਲ ਜੇ ਰਾਹੀਂ ਰੁਲਦੀਆਂ ਫਿਰਦੀਆਂ ਵੇਖੀਆਂ ਮੈਂ। ਖਾਲੀ ਹੱਥ ਨਾ ਜਿਨ੍ਹਾਂ ਦਾ ਕਦੇ ਡਿੱਠਾ, ਨੰਗੇ ਮੂੰਹ ਫਿਰ ਰਹੀਆਂ ਸੁਆਣੀਆਂ। ਉਹ ਕੋਟ ਅਕਲ ਦੀਆਂ ਗੁਰੂ ਖਾਲਸਾ ਜੀ ਰਾਜ ਮਹਿਲਾਂ ਦੀਆਂ ਪਟਰਾਣੀਆਂ। ਉਹ ਅਕਲ, ਹੁਸਨ, ਜਵਾਨੀ ਦੀ ਹੱਦ ਕੋਈ ਨਾ। ਲੱਖਾਂ ਸੂਰਤਾਈਆਂ ਜਿਨ੍ਹਾਂ ਦੇ ਤੋਲੀ ਨਹੀਂ, ਹੱਥ ਬੰਨ ਕੇ ਦਿਨ ਤੇ ਰਾਤ ਖੜੀਆਂ ਸੇਵਾ ਵਿੱਚ ਕੀਤੀ ਕਦੇ ਭੋਲੀ ਨਹੀਂ। ਉਸ ਵੇਲ ਦਾ ਕਦੇ ਨਹੀਂ ਕਦਰ ਹੁੰਦਾ ਜਿਹਨੂੰ ਲੱਗਦੇ ਫਲ ਜਾਂ ਫੋਲੀ ਨਹੀਂ।
ਭਾਵੇਂ ਇੰਦਰਾਪੁਰੀ ਦੀਆਂ ਹੋਣ ਪਰੀਆਂ, ਗੋਦੀ ਬਾਲ ਹੈ ਨਹੀਂ, ਕੌਡੀ ਮੋਲੀ ਨਹੀਂ। ਰਾਤਾਂ ਕਾਲੀਆਂ ਸਿਵਿਆਂ ਦੇ ਵਿੱਚ ਬਹਿ ਬਹਿ ਪੁੱਟ ਪੁੱਟ ਮੁਰਦਿਆਂ ਨੂੰ ਤੇ ਨਹਾਉਂਦੀਆਂ ਨੇ। ਖਾਤਰ ਇਸ ਔਲਾਦ ਦੀ ਗੁਰ ਖਾਲਸਾ ਜੀ ਮਾਵਾਂ ਜਾਲ ਚ ਖੂਹਾਂ ਦੇ ਪਾਉਂਦੀਆਂ ਨੇ। ਮਹਾਰਾਣੀ ਚੰਦ ਕੌਰਾਂ ਜਿਹੜੀ ਮਹੱਲਾਂ ਚ ਤੁਰਦੀ ਸੀ, ਇੱਕ ਕਦਮ ਪੁੱਟਣ ਲੱਗਿਆ 1000 ਵਾਰ ਸੋਚਦੀ ਸੀ। ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਨੂੰਹ ਸੀ। ਉਹ ਪੰਜਾਬੀਆਂ ਦੇ ਬਾਦਸ਼ਾਹ ਮਹਾਰਾਜਾ ਖੜਕ ਸਿੰਘ ਦੀ ਧਰਮ ਪਤਨੀ ਸੀ। ਉਹਨੂੰ ਤੁਰਨ ਦਾ ਸਲੀਕਾ ਸੀ। ਦੌੜੀ ਉਹਦੇ ਸਿਰ ਦੇ ਤੋਂ ਉਹਦਾ ਪੱਲਾ ਲੱਥ ਗਿਆ। ਉਹਨੇ ਨਹੀਂ ਵੇਖਿਆ ਮੈਨੂੰ ਕੋਈ ਵੱਡਾ ਛੋਟਾ ਵੇਖ ਰਿਹਾ। ਆਪਣੀ ਉਸਨੇ ਨੂੰਹ ਦੀ ਬਾਹ ਫੜੀ, ਦੌੜੀ ਗਈ ਲਾਹੌਰ ਦਾ ਖੂਨੀ ਦਰਵਾਜ਼ਾ, ਜਿਹਨੂੰ ਤੁਸੀਂ ਨੇ ਵੇਖਿਆ ਹੋਵੇਗਾ ਤੁਹਾਡੇ ਚੋਂ ਕਈਆਂ ਨੇ। ਉਹਨੇ ਜਾ ਕੇ ਦੁਹੱਥੜਾ ਮਾਰੀਆਂ। ਉਹਦੇ ਤਿੱਖੇ ਕੇਲੋ ਦੇ ਹੱਥਾਂ 'ਚ ਖੁੱਬੇ। ਦਿਲ ਤੇ ਹੱਥ ਰੱਖ ਕੇ ਤੁਸੀਂ ਨੇ ਇਸ ਰਚਨਾ ਨੂੰ ਸਰਵਣ ਕਰਨ ਦਾ ਯਤਨ ਕਰਨਾ। ਇਹ ਦੋਵੇਂ ਨੌ ਸੱਸ, ਇੱਕ ਮਾਂ ਔਰ ਇੱਕ ਪਤਨੀ, ਇੱਕ ਆਪਣੇ ਪਤੀ ਵਾਸਤੇ ਤੇ ਇੱਕ ਮਾਂ ਆਪਣੇ ਪੁੱਤ ਵਾਸਤੇ। ਉਹ ਮਹਾਰਾਣੀ ਜਿਹਦਾ ਕਦੀ ਪਤੀ ਪੰਜਾਬ ਦਾ ਬਾਦਸ਼ਾਹ ਸੀ, ਜਿਹਦਾ ਸਹੁਰਾ ਬਾਦਸ਼ਾਹ ਸੀ, ਜਿਹਦਾ ਪੁੱਤ ਬਾਦਸ਼ਾਹ ਸੀ, ਅੱਜ ਭਿਖਾਰਨ ਬਣ ਗਈ। ਜਿੱਦਾਂ ਕੋਈ ਭਿਖਾਰੀ ਕਿਸੇ ਦਾ ਦਰਵਾਜ਼ਾ ਖੜਕਾਉਂਦਾ ਹੈ, ਮਹਾਰਾਣੀ ਚੰਦ ਕੌਰਾਂ ਨੇ ਆਪਣੇ ਮਹੱਲ ਦਾ ਦਰਵਾਜ਼ਾ ਇਉਂ ਖੜਕਾਇਆ ਜੀ। ਬੂਹੇ 'ਚ ਖਲੋਤੀ
ਮਹਾਰਾਣੀ ਚੰਦ ਕੌਰਾਂ ਨੇ ਭਿਖਾਰਨਾ ਵਾਂਗ ਆਪਣੇ ਮਹੱਲ ਦੇ ਦਰਵਾਜ਼ੇ ਦੇ ਉੱਤੇ ਝੋਲੀ ਅੱਡ ਕੇ ਖੈਰ ਮੰਗੀ। ਉਹ ਬੂਹਾ ਖੜਕਾ ਰਹੀ ਸੀ, ਉਹ ਨਹੀਂ ਸੀ ਵੇਖ ਰਹੀ ਉਹਦੇ ਹੱਥਾਂ 'ਚ ਕੋਈ ਕਿੱਲ ਵੱਜ ਰਿਹਾ ਹੈ, ਕੋਈ ਉਖੜੀ ਹੋਈ ਲੱਕੜੀ ਉਹਦੇ ਹੱਥਾਂ 'ਚ ਖੁੱਭ ਰਹੀ ਹੈ, ਕੋਈ ਛਿਲਤ ਖੁੱਭ ਰਹੀ ਹੈ। ਕਦੀ ਉਹ ਆਪਣੇ ਆਪ ਨੂੰ ਸੰਭਾਲਦੀ ਹੈ, ਕਦੀ ਆਪਣੇ ਨੂੰਹ ਨੂੰ ਕਲਾਵੇ 'ਚ ਲੈ ਕੇ ਕਹਿੰਦੀ ਹੈ ਇਹਨੇ ਵਿਚਾਰੀ ਨੇ ਤੇ ਕੁਝ ਵੀ ਨਹੀਂ ਵੇਖਿਆ। ਦੁਨੀਆ ਦੇ ਲੋਕ ਕੀ ਕਹਿਣਗੇ? ਆਖਣਗੇ ਪਹਿਲਾਂ ਸੱਸ ਰੰਡੀ ਹੋ ਗਈ, ਹੁਣ ਨੂੰਹ ਨੂੰ ਵੀ ਨਾਲ ਹੀ ਰੰਡਿਆ ਕਰ ਦਿੱਤਾ। ਮੈਥੋਂ ਇਹ ਗੱਲਾਂ ਸਹਾਰੀਆਂ ਨਹੀਂ ਜਾਣੀਆਂ। ਧਿਆਨ ਸਿੰਘ ਜੀ, ਮੈਂ ਤੁਹਾਡੇ ਅੱਗੇ ਤਰਲੇ ਲੈਂਦੀ ਆ, ਮੈਨੂੰ ਇੱਕ ਵਾਰੀ ਨੌ ਨਿਹਾਲ ਨੂੰ ਵਿਖਾ ਦਿਓ। ਮੈਨੂੰ ਸਰਦਾਰ ਦੇਸਾ ਸਿੰਘ ਨੇ ਦੱਸਿਆ, ਉਹਨਾਂ ਡਿੱਗਦੇ ਹੋਇਆਂ ਹਾਏ ਮਾਂ ਹਾਏ ਪਾਣੀ ਆਖਿਆ ਸੀ। ਮੈਂ ਆਪਣੇ ਬੱਚੇ ਨੂੰ ਇੱਕ ਵਾਰ ਮਿਲਣਾ ਚਾਹੁੰਦੀ, ਉਹਨੂੰ ਪਾਣੀ ਦਾ ਘੁੱਟ ਪਿਲਾਉਣਾ ਚਾਹੁੰਦੀ। 5 ਮਿੰਟ ਆਪਣੇ ਪੁੱਤ ਦੇ ਕੋਲ ਖਲੋਵਾਂਗੀ, ਜੇ ਮੈਂ ਦੇਰ ਲਗਾਈ ਬੇਸ਼ੱਕ ਮੈਨੂੰ ਬਾਂਹ ਫੜ ਕੇ ਉਠਾ ਦਿਓ। ਤਰਲੇ ਲਏ। ਡੋਗਰਾ ਧਿਆਨ ਸਿੰਘ ਕਹਿੰਦੇ ਨੇ ਉਸਨੇ ਦਰਵਾਜ਼ੇ ਤੋਂ ਬਾਹਰ ਆਇਆ, ਆਪਣੀ ਗਰਦਨ ਉਸਨੇ ਦਰਵਾਜ਼ੇ ਤੋਂ ਬਾਹਰ ਕੱਢ ਕੇ ਕਹਿਣ ਲੱਗਾ, ਮਹਾਰਾਣੀ ਸਾਹਿਬਾ ਨੌ ਨਿਹਾਲ ਜੀ ਨੂੰ ਬਹੁਤ ਸੱਟ ਲੱਗੀ ਹੈ, ਤੁਹਾਡੇ ਕੋਲ ਵੇਖਿਆ ਨਹੀਂ ਜਾਣਾ ਤੇ ਤੁਹਾਡਾ ਐਸ ਵੇਲੇ ਆਪਣੇ ਪੁੱਤ ਦੇ ਕੋਲ ਜਾਣਾ ਠੀਕ ਨਹੀਂ। ਅਸੀਂ ਚਾਰਾ ਕਰ ਰਹੇ ਹਾਂ, ਉਹ ਕੁਝ ਠੀਕ ਹੋ ਜਾਣਗੇ ਫਿਰ ਤੁਹਾਨੂੰ ਮਿਲਾ ਦਿੱਤਾ ਜਾਵੇਗਾ। ਬੇਈਮਾਨ ਨੇ ਦਰਵਾਜ਼ਾ ਬੰਦ ਕਰ ਲਿਆ। ਹੁਣ ਉਹ ਹਨੇਰੀ ਕੋਠੜੀ, ਇਤਿਹਾਸਕਾਰ ਕਹਿੰਦੇ ਨੇ ਹੁਣ ਤੁਸੀਂ ਸੋਚੋਗੇ ਕਿ ਇਹ ਗੱਲ ਕਿਸ ਨੇ ਆਖੀ। ਹੁਣ ਜਿਹੜੀ ਗੱਲ ਇੱਥੇ ਸਾਡੇ ਸਾਹਮਣੇ ਆਈ ਹੈ ਇਤਿਹਾਸ ਦੇ ਪੰਨਿਆਂ 'ਚੋਂ, ਮੈਂ ਬੇਨਤੀ ਕੀਤੀ ਸੀ, 4 ਪੂਰਬੀਏ ਭਈਏ ਸਨ ਜਿਨ੍ਹਾਂ ਨੇ ਪਾਲਕੀ ਚੁੱਕ ਕੇ ਇਸ ਕਿਲੇ ਦੇ ਅੰਦਰ ਖੜੀ ਹੈ। ਇਹਨਾਂ 'ਚੋਂ 2 ਨੂੰ ਧਿਆਨ ਸਿੰਘ ਨੇ ਆਪਣੀ ਤੇਗ ਦੇ ਨਾਲ ਮੌਕੇ ਦੇ ਉੱਤੇ ਕਤਲ ਕਰ ਦਿੱਤਾ, ਮਾਰ ਦਿੱਤਾ ਕਿ ਕੋਈ ਸਬੂਤ ਪਿੱਛੇ ਬਾਕੀ ਨਾ ਰਹਿ ਜਾਵੇ। 2 ਦੌੜ ਗਏ ਹਨ। ਇਹ ਜਿਹੜੇ 2 ਦੌੜੇ ਹਨ, ਇਹਨਾਂ ਨੇ ਜੋ ਕੁਝ ਬਾਹਰ ਆਣ ਕੇ ਆਖਿਆ, ਜੋ ਕੁਝ ਰੌਲਾ ਪਾਇਆ, ਉਹ ਦੁਨੀਆ ਦੇ ਲੋਕਾਂ ਨੇ ਸੁਣਿਆ। ਹੁਣ ਉਹਨਾਂ ਦੇ ਕਹਿਣ ਦੇ ਮੁਤਾਬਕ ਉਹ ਕਹਿੰਦੇ ਨੇ ਜਦੋਂ ਅਸੀਂ ਨੌ ਨਿਹਾਲ ਨੂੰ ਪਾਲਕੀ 'ਚ ਪਾ ਕੇ ਖੜਿਆ, ਉਹਨਾਂ ਦੇ ਕੋਈ ਸੱਟ ਨਹੀਂ ਸੀ। ਉਹਨਾਂ ਦੇ ਕੰਨ ਦੇ ਪਿਛਲੇ ਪਾਸੇ ਇੱਕ ਕੈਂਕਰ ਵੱਜੀ ਹੋਈ ਹੈ। ਨਾਨਕਸ਼ਾਹੀ ਰੁਪਈਏ ਜਿੰਨਾ ਗੋਲ ਦਾਗ ਉਸ ਪਾਲਕੀ ਦੇ 'ਚ ਮੌਜੂਦ ਹੈ। ਇਹ ਗੱਲ ਤੇ ਡਾਕਟਰ ਜੀਨ ਮਾਰਟਨ ਹੋਮੀ ਬਰਗਰ ਵੀ ਆਪਣੀ ਪੁਸਤਕ ਵਿੱਚ ਲਿਖਦਾ ਹੈ ਕਿ ਨੌ ਨਿਹਾਲ ਨੂੰ ਬਹੁਤੀ ਸੱਟ ਨਹੀਂ ਸੀ, ਸਿਰਫ ਨਾਨਕਸ਼ਾਹੀ ਰੁਪਈਏ ਜਿੰਨਾ ਦਾਗ ਸੀ, ਜਿਹੜਾ ਉਸਨੇ ਬਾਅਦ ਵਿੱਚ ਜਾ ਕੇ ਮੌਕਾ ਵਾਕਿਆਤ ਵੇਖੇ। ਬੇਹੋਸ਼ ਹੋਏ ਨੌ ਨਿਹਾਲ ਨੂੰ ਜਦੋਂ ਲੱਤਾਂ ਬਾਹਾਂ ਤੋਂ ਫੜ ਕੇ ਪਾਲਕੀ 'ਚੋਂ ਬਾਹਰ ਕੱਢ ਕੇ ਜ਼ਮੀਨ ਦੇ ਉੱਤੇ ਲਟਾਇਆ ਗਿਆ, ਹੁਣ ਨੌ ਨਿਹਾਲ ਨੂੰ ਹੋਸ਼ ਆ ਗਈ, ਬਿਲਕੁਲ ਠੀਕ ਹਨ, ਕਿਸੇ ਤਰ੍ਹਾਂ ਦੀ ਖਤਰੇ ਵਾਲੀ ਕੋਈ ਗੱਲ ਨਹੀਂ। ਜਦੋਂ ਹੋਸ਼ ਆਈ, ਨੌ ਨਿਹਾਲ ਨੇ ਆਪਣੇ 4 ਸਫੇਰੇ ਹਨੇਰਾ ਵੇਖਿਆ। ਕਮਰੇ 'ਚ ਕੁੱਪ ਹਨੇਰਾ ਸੀ, ਉਹਨਾਂ ਦਾ ਦਮ ਘੁੱਟਦਾ ਸੀ। ਆਪਣੇ ਆਪ ਨੂੰ ਸੰਭਾਲਦਿਆਂ ਹੋਇਆ ਜ਼ਮੀਨ ਉੱਤੇ ਆਪਣੇ ਆਪ ਨੂੰ ਵੇਖ ਕੇ ਉਹਨਾਂ ਦੋਵਾਂ ਹੱਥ ਜ਼ਮੀਨ ਤੋਂ ਤਾਂ ਚੁੱਕੇ, ਹੱਥ ਜੋੜ ਕੇ ਕਹਿਣ ਲੱਗੇ, ਵਾਹਿਗੁਰੂ ਤੇਰਾ ਸ਼ੁਕਰ ਹੈ ਮੈਨੂੰ ਕੁਝ ਨਹੀਂ ਹੋਇਆ। ਆਪਣੇ ਸਾਹਮਣੇ ਰਾਖਸ਼ਾਂ ਦੇ ਰੂਪ ਵਿੱਚ ਉਸਨੇ ਡੋਗਰਾ ਪਾਰਟੀ ਨੂੰ ਜਦੋਂ ਵੇਖਿਆ, ਬੜਾ ਸੁੰਦਰ ਉੱਥੇ ਕਿਸੇ ਵਿਦਵਾਨ ਸੱਜਣ ਨੇ ਲਿਖਿਆ, ਬਾਪੂ ਸੀਤਲ ਸਾਹਿਬ ਜੀ ਵੀ ਲਿਖਦੇ ਨੇ, ਇਹਨਾਂ ਦੋਵਾਂ ਦਾ ਸੁਮੇਲ ਮੈਂ ਨਾਲੋਂ ਨਾਲ ਹੀ ਤੁਹਾਡੇ ਚਰਨਾਂ 'ਚ ਰੱਖਦਾ ਚਲਿਆ ਜਾਵਾਂਗਾ। ਆਈ ਹੋਸ਼ ਤੇ ਕੰਵਰ ਜੀ ਉੱਠ ਬੈਠੇ, ਕਹਿੰਦੇ ਪਾਣੀ ਦਾ ਘੁੱਟ ਪਿਲਾ ਦਵੋ, ਕੀ ਹੋ ਰਿਹਾ ਸਰਵਣ ਕਰੋ ਸਾਸਨ। ਸੁਨੇਹਾ ਮੇਰਾ ਮਾਤਾ ਜੀ ਤੇ ਮਹਾਰਾਣੀ ਨੂੰ
ਦੱਸਣਾ ਰਾਜੀ ਹਾਂ ਮੈਂ ਡਰ ਕੋਈ ਨਾ ਚਿੱਤ ਰੱਖਣਾ ਆਈ ਹੋਸ਼ ਤੇ ਕਵਰ ਜੀ ਉੱਠ ਬੈਠੇ ਕਹਿੰਦੇ ਪਾਣੀ ਤਾਂ ਘੁੱਟ ਪਿਲਾ ਦੇਵੋ ਛੱਡੋ ਬਾਹਰ ਦੀ ਹਵਾ ਕੁਝ ਆਣ ਦੇਵੋ ਕੀਤਾ ਬੰਦ ਕਰਨ ਬੂਹਾ ਲਾ ਦੇਵੋ ਮੇਰੇ ਦਿਲ ਨੂੰ ਕੁਝ ਹੋ ਰਿਹਾ ਜੇ ਮੇਰੀ ਮਾਤਾ ਨੂੰ ਖਬਰ ਪਹੁੰਚਾ ਦੇਵੋ ਮੈਂ ਹੁਣ ਠੀਕ ਆ ਫਿਕਰ ਨਾ ਕਰੇ ਕੋਈ ਮੇਰੀ ਰਾਣੀ ਨੂੰ ਪਾਸ ਬੁਲਾ ਦੇਵੋ ਨੌ ਨਿਹਾਲ ਨੇ ਜਦੋਂ ਹੋਸ਼ ਆਈ ਆਪਣੇ ਸਾਹਮਣੇ ਧਿਆਨ ਸਿੰਘ ਨੂੰ ਵੇਖ ਕੇ ਕਹਿਣ ਲੱਗੇ ਧਿਆਨ ਸਿੰਘ ਜੀ ਵਾਹਿਗੁਰੂ ਦਾ ਸ਼ੁਕਰ ਹੈ ਮੈਨੂੰ ਕੁਝ ਨਹੀਂ ਹੋਇਆ ਮੇਰੀ ਮਾਂ ਨੂੰ ਖਬਰ ਮਿਲੀ ਹੋਵੇਗੀ ਕਿ ਮੇਰੇ ਉੱਤੇ ਛੱਜਾ ਡਿੱਗਿਆ ਤੁਸੀਂ ਜਾ ਕੇ ਮੇਰੀ ਮਾਤਾ ਜੀ ਨੂੰ ਖਬਰ ਦੇਣੀ ਮੇਰੀ ਮਹਾਰਾਣੀ ਬੀਬੀ ਨਾਨਕੀ ਨੂੰ ਖਬਰ ਦੇ ਦਿਓ ਕਿ ਤੁਸੀਂ ਚਿੰਤਾ ਨਾ ਕਰਨੀ ਮੈਂ ਠੀਕ ਨਾਲੇ ਮੈਨੂੰ ਪਿਆਸ ਲੱਗ ਰਹੀ ਹੈ ਮੈਨੂੰ ਪਾਣੀ ਦਾ ਘੁੱਟ ਪਿਲਾ ਦੇਵੋ ਜਦੋਂ ਨੌ ਨਿਹਾਲ ਨੇ ਪਾਣੀ ਮੰਗਿਆ ਆਪਣੀ ਮਾਤਾ ਨੂੰ ਮਿਲਣ ਦੀ ਆਸ ਪ੍ਰਗਟ ਕੀਤੀ ਬੇਈਮਾਨ ਨੇ ਕੋ ਕੀ ਕਿਹਾ ਸਰਵਣ ਕਰੋ ਸਾਥੀ ਅੱਗੋਂ ਆਖਿਆ ਧਿਆਨ ਸਿੰਘ ਡੋਗਰੇ ਅੱਗੋਂ ਆਖਿਆ ਧਿਆਨ ਸਿੰਘ ਡੋਗਰੇ ਸੁਣੋ ਨੌ ਨਿਹਾਲ ਸਿੰਘ ਜੀ ਪਾਣੀ ਤੁਸਾਂ ਦਾ ਜਹਾਨੋ ਮੁੱਕਿਆ ਅੱਗੇ ਦੀ ਤਿਆਰੀ ਕਰ ਲੋ ਰਾਜਮਾਨ ਮਾਣ ਲਈਆਂ ਬਾਦਸ਼ਾਹੀਆਂ ਇਹ ਕਰਕੇ ਪਾਪੀ ਡੋਗਰਾ ਬਹਿ ਗਿਆ ਰੱਸਿਆਂ ਦੇ ਨਾਲ ਕਬਰ ਨੂੰ ਬੰਨਣ ਡਹਿ ਗਿਆ ਅੱਗੋਂ ਕਿਹਾ ਧਿਆਨ ਸਿੰਘ ਡੋਗਰੇ ਨੇ ਫੋਕਾ ਪਾਣੀ ਕੀ ਸ਼ਰਬਤ ਪਿਲਾ ਦੇਣਾ ਹੈ ਇਹ ਵਿਅੰਗ ਦੇ ਨਾਲ ਸੀ ਪਾਣੀ ਚਾਹੁੰਦੇ ਹੋ ਰਾਜਾ ਜੀ ਤੁਹਾਡਾ ਪਾਣੀ ਮੁੱਕ ਗਿਆ ਹੁਣ ਪੰਜਾਬ ਦੀ ਧਰਤੀ ਦੇ ਤੋਂ 5 ਦਰਿਆ ਤੁਹਾਡੇ ਵਾਸਤੇ ਸੁੱਕ ਗਏ ਇਹ 5 ਦਰਿਆਵਾਂ ਦੀ ਧਰਤੀ ਤੇ ਵਗਦੇ 5 ਦਰਿਆਵਾਂ ਚੋਂ ਇੱਕ ਬੂੰਦ ਵੀ ਪਾਣੀ ਤੁਹਾਡੇ ਵਾਸਤੇ ਹੁਣ ਨਸੀਬ ਨਹੀਂ ਮੈਂ ਤੁਹਾਡਾ ਨੌਕਰ ਹਾਂ ਸ਼ਰਬਤ ਲਿਆ ਕੇ ਪਿਲਾਉਂਦਾ ਹਾਂ ਤੁਹਾਨੂੰ ਅੱਗੋਂ ਕਿਹਾ ਧਿਆਨ ਸਿੰਘ ਡੋਗਰੇ ਨੇ ਫੋਕਾ ਪਾਣੀ ਕੀ ਸ਼ਰਬਤ ਪਿਲਾ ਦੇਣਾ ਆਪਨੇ ਮਾਤਾ ਨੂੰ ਮਿਲ ਕੇ ਕੀ ਲੈਣਾ ਹੁਣੇ ਪਿਤਾ ਦੇ ਪਾਸ ਪਹੁੰਚਾ ਦੇਣਾ ਤੁਸੀਂ ਮਾਤਾ ਨੂੰ ਮਿਲਣਾ ਲੋਚਦੇ ਹੋ ਮੈਂ ਤੁਹਾਡਾ ਨੌਕਰ ਹਾਂ ਤੁਹਾਡਾ ਸੇਵਾਦਾਰ ਹਾਂ ਕਿਉਂ ਨਾ ਤੁਹਾਨੂੰ ਮਹਾਰਾਜਾ ਖੜਕ ਸਿੰਘ ਦੇ ਕੋਲ ਪਹੁੰਚਾਇਆ ਜਾਵੇ ਜਦੋਂ ਨੌ ਨਿਹਾਲ ਨੇ ਇਹ ਗੱਲ ਸੁਣੀ ਆਤਮਾ ਤੜਫ ਉੱਠੀ ਉਧਰ ਪਾਪੀ ਰੱਸਿਆਂ ਦੇ ਨਾਲ ਨੌ ਨਿਹਾਲ ਨੂੰ ਬੰਨਣਾ ਸ਼ੁਰੂ ਕੀਤਾ ਤਰਲਾ ਜਿਹਾ ਲੈ ਕੇ ਨੌ ਨਿਹਾਲ ਨੇ ਕਹਿਣਾ ਸ਼ੁਰੂ ਕੀਤਾ ਜੀ ਇੰਨੀ ਸੁਣ ਕੇ ਤੜਫ ਉੱਠੀ ਆਤਮਾ ਇੰਨੀ ਸੁਣ ਕੇ ਤੜਫ ਉੱਠੀ ਆਤਮਾ ਕਹਿਣ ਲੱਗਾ ਸੁਣੋ ਰਾਜਾ ਜੀ ਜੇ ਹੋ ਰਾਜ ਦੇ ਭੁੱਖੇ ਤਾਂ ਹੁਣ ਸਾਂਭ ਲੋ ਤਿਲਕ ਦਿਓ ਹੀਰਾ ਸਿੰਘ ਨੂੰ ਮੈਂ ਵਾਂਗ ਫਕੀਰਾਂ ਦੇਣ ਕੱਟ ਲਊ ਦੇਸ਼ ਵਿੱਚੋਂ ਚਲਾ ਜਾਵਾਂਗਾ ਮੇਰੀ ਰੋਲ ਜਾਊ ਪਿਆਰੀ ਮਹਾਰਾਣੀ ਮਾਤਾ ਵਾਂਗ ਈਸ਼ਰਾਂ ਦੇ ਰੋਏਗੀ ਪੁੱਤ ਦੇ ਵਜੋਗ ਚੱਲਦੀ ਅੰਨੀ ਹੋਏਗੀ ਧਿਆਨ ਸਿੰਘ ਨੇ ਆਖਿਆ ਨੇ ਆਪਨੇ ਮਾਤਾ ਨੂੰ ਮਿਲ ਕੇ ਕੀ ਲੈਣਾ ਹੁਣੇ ਪਿਤਾ ਦੇ ਪਾਸ ਪਹੁੰਚਾ ਦੇਣਾ ਇੰਨੀ ਸੁਣੀ ਤਾਂ ਕੰਵਰ ਜੀ ਤੜਫ ਉੱਠੇ ਕਹਿੰਦੇ ਵੇਖਿਓ ਜੇ ਲੋੜਾ ਮਾਰਿਓ ਨਾ ਮੈਂ ਹੁਣ ਤੁਸਾਂ ਦੇ ਵਾਸਾਂ ਧਿਆਨ ਸਿੰਘ ਜੀ ਕਰਿਓ ਰਹਿਮ ਨੂੰ ਕਹਿਰ ਗੁਜ਼ਾਰਿਓ ਨਾ ਜਿਉ ਰਾਜ ਦੇ ਭੁੱਖੇ ਤਾਂ ਸਾਂਭ ਲਓ ਮੈਨੂੰ ਰਾਜ ਬਦਲੇ ਜਾਨੋ ਮਾਰਿਓ ਨਾ ਲਿਆਓ ਤਾਜ ਪੰਜਾਬ ਦਾ ਆਪ ਹੱਥੀ ਹੀਰਾ ਸਿੰਘ ਦੇ ਸਿਰ ਟਿਕਾ ਦੇਣਾ ਹੱਥਾਂ ਆਪਣਿਆਂ ਦੇ ਨਾਲ ਹੁਣੇ ਹੁਕਮ ਲਿਖ ਕੇ ਤੇ ਬਾਦਸ਼ਾਹੀ ਮੋਹਰ ਲਾ ਦੇਣਾ ਰਾਜ ਬਦਲੇ ਮੈਨੂੰ ਮਾਰਨ ਲੱਗੇ ਹੋ ਖੁਦਾ ਨਾ ਖਾਸਤਾ ਬੰਦਾ ਹਸਪੀਟਲ ਵਿੱਚ ਪਿਆ ਹੋਵੇ ਉਹਦੇ ਰਿਸ਼ਤੇਦਾਰ ਉਹਦੇ ਸਾਕ ਸੰਬੰਧੀ ਆਪਣਾ ਸਾਰਾ ਢਿੱਲ ਲਗਾ ਦਿੰਦੇ ਆਪਣੀ ਸਾਰੀ ਜਮਾ ਪੂੰਜੀ ਉਹਦੇ ਤੇ ਖਰਚ ਕਰ ਦਿੰਦੇ ਹਨ ਔਰ ਇਹ ਗੱਲ ਕਹਿੰਦੇ ਹਨ ਕਿ ਸਾਡਾ ਭਾਵੇਂ ਸਭ ਕੁਝ ਹੀ ਲੱਗ ਜਾਵੇ ਪਰ ਇਨਸਾਨ ਮਰਨਾ ਨਹੀਂ ਚਾਹੀਦਾ
ਇਨਸਾਨ ਤੇ ਜਦੋਂ ਵਕਤ ਆਉਂਦਾ ਉਹ ਕਹਿੰਦਾ ਮੇਰੀ ਸਾਰੀ ਦੌਲਤ ਲੱਗ ਜਾਵੇ ਪਰ ਮੈਨੂੰ ਜ਼ਿੰਦਗੀ ਮਿਲ ਜਾਵੇ। ਇਨਸਾਨ ਜ਼ਿੰਦਗੀ ਦੀ ਭਿੱਖਿਆ ਮੰਗਦਾ। ਪੰਜਾਬੀਆਂ ਦਾ ਬਾਦਸ਼ਾਹ ਕੰਵਰ ਨਿਹਾਲ ਸਿੰਘ 19 ਸਾਲ 7 ਮਹੀਨੇ 27 ਦਿਨ ਦਾ ਇਹ ਬਾਦਸ਼ਾਹ ਜਿਹਨੇ ਕਦੀ ਕਿਸੇ ਦੀ ਨਹੀਂ ਸੀ ਮੰਨੀ। ਘੋੜੇ ਦੀ ਕਾਠੀ ਦੇ ਉੱਤੇ ਬੈਠਦਾ ਸੀ, ਦੁਸ਼ਮਣਾਂ ਦਾ ਸੰਗ ਸੁੱਕ ਜਾਂਦਾ ਸੀ। ਹੋਣਹਾਰ ਸੀ ਜਿਹਦੇ ਉੱਤੇ ਪੰਜਾਬੀਆਂ ਨੂੰ ਬੜੀਆਂ ਆਸਾਂ ਸਨ। ਇਹਨੇ ਰਾਜਾ ਧਿਆਨ ਸਿੰਘ ਦੇ ਪੈਰ ਫੜ ਲਏ। ਕਹਿੰਦਾ ਰਾਜਾ ਜੀ ਮੈਂ ਤੁਹਾਡੇ ਵੱਸ ਹਾਂ, ਤੁਸੀਂ ਇਹੋ ਹੀ ਚਾਹੁੰਦੇ ਹੋ ਨਾ ਤੁਹਾਡਾ ਪੁੱਤਰ ਹੀਰਾ ਸਿੰਘ ਪੰਜਾਬ ਦਾ ਮਾਲਕ ਬਣੇ, ਬਣਾ ਲਓ। ਮੈਨੂੰ ਰੱਤੀ ਮਾਤਰ ਵੀ ਇਤਰਾਜ਼ ਨਹੀਂ। ਤੁਸੀਂ ਬਾਦਸ਼ਾਹ ਬਣ ਜਾਓ, ਤੁਹਾਡਾ ਪੁੱਤਰ ਹੀਰਾ ਸਿੰਘ ਪੰਜਾਬ ਦਾ ਬਾਦਸ਼ਾਹ ਬਣ ਜੇ, ਤੁਹਾਡਾ ਭਰਾ ਬਣ ਜੇ, ਤੁਹਾਡਾ ਖਾਨਦਾਨ ਬਣ ਜੇ, ਮੈਂ ਲਿਖ ਕੇ ਦੇ ਦਿੰਦਾ ਹਾਂ, ਦਸਤਬਰਦਾਰ ਹੋ ਜਾਵਾਂਗਾ। ਮੈਂ ਤੁਹਾਡੇ ਨਾਲ ਵਾਅਦਾ ਕਰਦਾ ਮੈਂ ਦੇਸ਼ ਛੱਡ ਕੇ ਚਲਿਆ ਜਾਵਾਂਗਾ। ਮੈਂ ਮੰਗ ਕੇ ਖਾ ਲਵਾਂਗਾ। ਮੈਨੂੰ ਮਾਰਿਓ ਨਾ, ਮੈਂ ਮਰ ਗਿਆ ਮੇਰੀ ਮਾਂ ਮਰ ਜਾਣੀ ਜੀ, ਉਹਦਾ ਪਤੀ ਮਰ ਗਿਆ, ਮੇਰੀ ਮੌਤ ਕਿਵੇਂ ਬਰਦਾਸ਼ਤ ਕਰੇਗੀ? ਉਹ ਮੇਰੀ ਰਾਣੀ ਮਰ ਜਾਵੇਗੀ, ਉਹਦਾ ਮੇਰੇ ਬਗੈਰ ਕੋਈ ਨਹੀਂ ਦੁਨੀਆ ਦੇ ਉੱਤੇ। ਉਹ ਕਿਵੇਂ ਆਪਣੀ ਪਹਾੜ ਜਿਹੜੀ ਜ਼ਿੰਦਗੀ ਬਤੀਤ ਕਰੇਗੀ? ਉਹ ਰੱਬ ਦਾ ਵਾਸਤਾ ਧਿਆਨ ਸਿੰਘ ਜੀ ਮੈਨੂੰ ਨਾ ਮਾਰਿਓ, ਮੈਂ ਤਰਲਾ ਲੈਣਾ। ਜਦੋਂ ਇੰਨੀ ਗੱਲ ਆਖੀ ਹੱਥ ਜੋੜੇ। ਇਹਨੇ ਜਦੋਂ ਧਿਆਨ ਸਿੰਘ ਨੇ ਨਿਹਾਲ ਦੇ ਦੋਵੇਂ ਹੱਥ ਬੰਨ ਦਿੱਤੇ, ਉਹਦੀਆਂ ਲੱਤਾਂ ਨੂੰ ਰੱਸਾ ਪਾ ਲਿਆ। ਸਾਹਮਣੇ ਦਿਓ ਜਿੱਡਾ ਕੱਦ ਲੈ ਕੇ ਧਿਆਨ ਸਿੰਘ ਡੋਗਰਾ ਖਲੋਤਾ ਹੋਇਆ। ਤਰਲਾ ਲਿਆ ਨਿਹਾਲ ਨੇ। ਇਸ ਪਾਪੀ ਨੇ, ਇਸ ਪੱਥਰ ਦਿਲ ਨੇ ਆਪਣੀ ਲੱਤ ਚੁੱਕ ਕੇ ਸੱਜਾ ਪੈਰ ਉਹਦੀ ਛਾਤੀ 'ਚ ਮਾਰਿਆ ਤੇ ਧੱਕਾ ਦੇ ਕੇ ਉਹਨੂੰ ਜ਼ਮੀਨ ਉੱਤੇ ਸੁੱਟ ਦਿੱਤਾ। ਅੱਖਾਂ ਲਹੂ ਰੱਤੀਆਂ ਹੋ ਗਈਆਂ, ਖੂਨ ਉਤਰ ਆਇਆ ਉਹਦੀਆਂ ਅੱਖਾਂ ਦੇ ਵਿੱਚ। ਨਿਹਾਲ ਜ਼ਮੀਨ ਉੱਤੇ ਡਿੱਗਾ ਹੋਇਆ। ਜਦ ਬੇਈਮਾਨ ਨੇ ਇੱਕ ਭਾਰਾ ਪੱਥਰ ਆਪਣੇ ਹੱਥ 'ਚ ਫੜਿਆ। ਕੀ ਕਰ ਰਿਹਾ? ਸਰ ਨੂੰ ਕਰੋ ਸਾਥ। ਗੱਲ ਕੰਵਰ ਦੀ ਸੁਣੀ ਅਣਸੁਣੀ ਕਰਕੇ ਫੜ ਕੇ ਬਾहें ਤੋਂ ਭੋਏ ਲਟਾ ਦਿੱਤਾ। ਵਕਤ ਲੰਘ ਗਿਆ ਕੰਵਰ ਜੀ ਮਾਫ ਕਰਨਾ, ਕੌੜੇ ਹੋਏ ਵਜ਼ੀਰ ਸੁਣਾਏ ਦਿੱਤਾ। ਵੇਲਾ ਅੰਤ ਦਾ ਰੱਬ ਨੂੰ ਯਾਦ ਕਰ ਲੋ, ਦਾਬਾ ਮਾਰ ਕੇ ਵਿੱਚ ਅਟਕਾ ਦਿੱਤਾ। ਹਾਥੀ ਚੁੱਕ ਪੱਥਰ ਧਿਆਨ ਸਿੰਘ ਡੋਗਰੇ ਨੇ ਮਾਰ ਕੰਵਰ ਦਾ ਸਿਰ ਬੰਦਲਾ ਦਿੱਤਾ। ਹਿਰਦਾ ਡੋਲਿਆ ਨਾ ਹੀ ਹੱਥ ਕੰਬੇ, ਜਦੋਂ ਨਿਹਾਲ ਨੂੰ ਪੱਥਰ ਮਾਰਿਆ ਸੂ। ਸੀਤਲ ਸ਼ੇਰੇ ਪੰਜਾਬ ਦੀਆਂ ਮਿਹਰਬਾਨੀਆਂ ਦੇ ਅੱਜ ਚੰਗਾ ਕਰਜ਼ ਉਤਾਰਿਆ ਸੀ। ਪੰਜਾਬੀਆਂ ਦੇ ਬਾਦਸ਼ਾਹ ਦੇ ਟੁਕੜਿਆਂ ਦੇ ਉੱਤੇ ਪਲਣ ਵਾਲਾ ਧਿਆਨ ਸਿੰਘ ਅੱਜ ਉਹਦੇ ਕੁਣਬੇ ਨੂੰ ਖਤਮ ਕਰਨ ਵਾਸਤੇ ਇੱਕ ਭਾਰਾ ਪੱਥਰ ਲੈ ਕੇ ਨਿਹਾਲ ਦੇ ਸਾਹਮਣੇ ਖਲੋਤਾ ਹੋਇਆ। ਨਿਹਾਲ ਨੇ ਕੁੱਚੀ ਸਾਰੀ ਚੀਕ ਮਾਰੀ ਜਿਹੜੀ ਉਸ ਕਮਰੇ ਵਿੱਚ ਹੀ ਕਿਧਰੇ ਗੁੰਮ ਹੋ ਗਈ। ਉਹਦੀ ਚੀਕ ਸੁਣਨ ਵਾਲਾ ਕੋਈ ਨਹੀਂ ਸੀ। ਭਿਅੰਕਰ ਹਾਸਾ ਬੇਈਮਾਨ ਨਿਹਾਲ ਦੇ ਚਾਰ ਚਫੇਰੇ ਖਲੋਤੇ ਹੱਸ ਰਹੇ ਨੇ।
ਉਹਨੇ ਹੱਥ 'ਚ ਭਾਰਾ ਪੱਥਰ ਫੜਿਆ, ਉਹਨੂੰ ਆਪਣੇ ਸਿਰ ਤੋਂ ਉੱਚਾ ਕੀਤਾ ਤੇ ਪੂਰੇ ਜ਼ੋਰ ਦੇ ਨਾਲ ਲਿਆ ਕੇ ਨੌ ਨਿਹਾਲ ਦੇ ਸਿਰ ਦੇ ਉੱਤੇ ਮਾਰਿਆ। ਖੋਪਰ ਟੁੱਟ ਗਿਆ, ਕਮਰੇ 'ਚ ਖੂਨ ਹੀ ਖੂਨ ਖਿਲਰ ਗਿਆ, ਮਿੱਝ ਖਿਲਰ ਗਈ ਨੌ ਨਿਹਾਲ ਦੀ। 19 ਸਾਲ 7 ਮਹੀਨੇ 27 ਦਿਨ 1 ਸਾਲ 28 ਦਿਨ ਰਾਜ ਕਰਕੇ ਪੰਜਾਬੀਆਂ ਦਾ ਤੀਸਰਾ ਬਾਦਸ਼ਾਹ ਦੁਨੀਆ ਤੋਂ ਵਿਦਾ ਹੋ ਗਏ, ਜਾ ਚੁੱਕਾ ਦੁਨੀਆ ਦੇ ਤੋਂ। ਇਹ ਮਿਹਰਬਾਨੀਆਂ ਹਨ। ਭਾਈ ਸਾਹਿਬ ਭਾਈ ਗੁਰਦਾਸ ਜੀ ਐਸੇ ਵਿਅਕਤੀਆਂ ਦੇ ਬਾਰੇ ਬੜੇ ਕੜੜੇ ਸ਼ਬਦ ਲਿਖਦੇ ਹਨ। ਉਹ ਕੀ ਕਹਿੰਦੇ ਹਨ? ਉਹ ਕਹਿੰਦੇ ਨੇ, ਮੱਧ ਵਿੱਚ ਰਿੱਧਾ ਪਾ ਕੇ ਕੁੱਤੇ ਦਾ ਮਾਸ ਧਰਿਆ ਮਾਨਸ ਖੋਪਰੀ ਤਿਸ ਮੰਦੀ ਵਾਸ, ਰਤੂ ਭਰਿਆ ਕੱਪੜਾ ਕਰ ਕੱਜਣ ਤਾਸ, ਢੱਕ ਲੈ ਚੱਲੀ ਚੂਹੜੀ ਕਰ ਭੋਗ ਬਲਾਸ, ਆਖ ਸੁਣਾਏ ਪੁੱਛਿਆ ਲਾਹੇ ਵਿਸ਼ਵਾਸ, ਨਜ਼ਰੀ ਪੈ ਅਕਿਰਤ ਕਣ ਮਤ ਹੋਏ ਵਿਨਾਸ਼। ਸ਼ਰਾਬ ਦੇ ਚ ਕੁੱਤੇ ਦਾ ਮਾਸ ਰਿੰਨ ਕੇ ਇੱਕ ਚੂੜੀ ਕੁਕਰਮ ਕਰਕੇ ਰਤ ਦਾ ਭਰਿਆ ਹੋਇਆ ਜਿੱਤੇ ਮੱਖੀਆਂ ਭਿਣ ਭਿਣ ਕਰ ਰਹੀਆਂ ਹਨ, ਉਹਦੇ ਨਾਲ ਉਸ ਨੂੰ ਢੱਕ ਕੇ ਆਪਣੇ ਸਿਰ ਉੱਤੇ ਚੁੱਕ ਕੇ ਤੁਰੀ ਜਾ ਰਹੀ ਹੈ। ਪਰਮਾਨ ਦੇਣ ਲੱਗਿਆ ਭਾਈ ਸਾਹਿਬ ਜੀ ਨੇ ਹੱਦ ਮੁਕਾ ਦਿੱਤੀ। ਰਸਤੇ 'ਚ ਤੁਰੇ ਜਾਂਦੇ ਨੇ, ਕਿਸੇ ਨੂੰ ਚੂੜੀ ਨੂੰ ਪੁੱਛ ਲੈ, ਕਹਿਣ ਲੱਗਾ ਕੀ ਲੈ ਜਾਂਦੇ ਹੋ, ਇਹਨੂੰ ਢੱਕਿਆ ਕਿਉਂ ਹੈ, ਬੜੀ ਗੰਦੀ ਵਾਸ ਇਹਦੇ ਵਿੱਚੋਂ ਆ ਰਹੀ ਹੈ। ਉਹਨੇ ਜਵਾਬ ਦਿੱਤਾ, ਕਹਿਣ ਲੱਗੀ ਕਿਸੇ ਅਕਿਰਤ ਕੰਨ ਦੀ ਨਿਗਾਹ ਇਹਦੇ ਉੱਤੇ ਨਾ ਪੈ ਜਾਵੇ, ਕਿਤੇ ਖਰਾਬ ਨਾ ਹੋ ਜਾਵੇ। ਨਾ ਤਿਸ ਭਾਰੇ ਪਰਬਤਾਂ ਅਸਮਾਨ ਖਹੰਦੇ, ਕਿਸੇ ਨੇ ਪੁੱਛਿਆ ਧਰਤੀ ਨੂੰ ਤੈਨੂੰ ਭਾਰ ਕਿਹਦਾ ਲੱਗਦਾ ਹੈ? ਵੱਡੇ ਵੱਡੇ ਪਰਬਤ ਹਨ, ਤੈਨੂੰ ਬੜੇ ਭਾਰੇ ਲੱਗਦੇ ਹੋਣਗੇ। ਕਹਿੰਦੇ ਨੇ ਧਰਤੀ ਨੇ ਜਵਾਬ ਦਿੱਤਾ, ਫਿਲਾਸਫੀ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਕਹਿਣ ਲੱਗੀ, ਨਹੀਂ ਇਹਨਾਂ ਦਾ ਭਾਰ ਨਹੀਂ ਲੱਗਦਾ। ਨਾ ਤਿਸ ਭਾਰੇ ਪਰਬਤਾਂ ਅਸਮਾਨ ਖਹੰਦੇ, ਨਾ ਤਿਸ ਭਾਰੇ ਕੋਟਗੜ, ਐਡੇ ਐਡੇ ਮਹਿਲ, ਉੱਚੀਆਂ ਉੱਚੀਆਂ ਬਿਲਡਿੰਗਾਂ, 100 ਮੰਜ਼ਲਾ ਬਿਲਡਿੰਗਾਂ, ਕਹਿੰਦੇ ਇਹਨਾਂ ਦਾ ਭਾਰ ਲੱਗਦਾ ਹੋਵੇਗਾ। ਕਹਿਣ ਲੱਗੇ ਨਹੀਂ। ਨਾ ਤਿਸ ਭਾਰੇ ਕੋਟਗੜ ਕਾਰਬਾਰ ਦਸੰਦੇ, ਨਾ ਤਿਸ ਭਾਰੇ ਸਾਇਰਾਂ, ਵੱਡੀਆਂ ਵੱਡੀਆਂ ਨਦੀਆਂ, ਵੱਡੇ ਵੱਡੇ ਸਮੁੰਦਰ, ਵੱਡੇ ਵੱਡੇ ਦਰਿਆ, ਇਹਨਾਂ ਦਾ ਭਾਰ ਲੱਗਦਾ ਹੋਵੇਗਾ। ਕਹਿਣ ਲੱਗੀ ਨਹੀਂ, ਇਹਨਾਂ ਦਾ ਵੀ ਨਹੀਂ ਲੱਗਦਾ। ਨਾ ਤਿਸ ਭਾਰੇ ਸਾਇਰਾਂ ਨਦਵਾ ਵਹੰਦੇ, ਨਾ ਤਿਸ ਭਾਰੇ ਤਰਵਰਾਂ, ਵੱਡੇ ਵੱਡੇ ਜੰਗਲ ਹਨ, ਇਹਨਾਂ ਦਾ ਕਹਿਣ ਲੱਗੇ ਨਹੀਂ। ਫਲਸਫਲ ਫਲੰਦੇ, ਨਾ ਤਿਸ ਭਾਰੇ ਜੀ ਜੰਤ ਅਣਗਣਤ ਫਰੰਦੇ, ਭਾਰੇ ਪੋਏ ਅਕਿਰਤ ਕਣ ਮੰਦੀ ਹੂੰ ਮੰਦੇ। ਧਰਤੀ ਨੇ ਆਖਿਆ ਮੈਨੂੰ ਕਿਸੇ ਦਾ ਭਾਰ ਨਹੀਂ ਲੱਗਦਾ, ਜੇ ਕਿਤੇ ਮੈਨੂੰ ਕੋਈ ਭਾਰਾ ਲੱਗਦਾ ਤੇ ਧਿਆਨ ਸਿੰਘ ਡੋਗਰੇ ਵਰਗਾ ਮੈਨੂੰ ਜ਼ਰੂਰ ਭਾਰਾ ਲੱਗਦਾ। ਮੈਂ ਇਹੋ ਜਿਹੇ ਪਾਪੀਆਂ ਦਾ ਭਾਰ ਨਹੀਂ ਚੁੱਕ ਸਕਦੀ, ਜਦੋਂ ਇਹੋ ਜਿਹੇ ਪਾਪੀ ਮੇਰੇ ਉੱਤੇ ਤੁਰੇ ਫਿਰਦੇ ਨੇ। ਮੇਰਾ ਦਿਲ ਰੋਂਦਾ ਹੈ, ਮੇਰੀ ਆਤਮਾ ਰੋਂਦੀ ਹੈ, ਉਹਦਾ ਮੇਰਾ ਸੀਨਾ ਛਨਣੀ ਹੋ ਜਾਂਦਾ ਹੈ। ਬੇਈਮਾਨਾਂ ਨੇ ਦਾ ਸਿਰ ਫੇ ਦਿੱਤਾ। ਇਸ ਤੋਂ ਬਾਅਦ ਜਦੋਂ 2 ਬੰਦੇ ਕਤਲ ਕਰ ਦਿੱਤੇ ਗਏ, ਪੂਰਬੀਏ ਭਈਏ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ, 2 ਦੌੜ ਗਏ, ਜਿਨ੍ਹਾਂ ਨੇ ਸਾਰੀ ਗੱਲਬਾਤ ਬਾਹਰ ਆਣ ਕੇ ਰੌਲਾ ਪਾ ਕੇ ਦੁਨੀਆ ਦੇ ਲੋਕਾਂ ਨੂੰ ਦੱਸੀ। ਕਹਿੰਦੇ ਨੇ ਉਸ ਵੇਲੇ ਡਾਕਟਰ ਜੀਨ ਮਾਰਟਨ ਹੋਮੀ ਬਰਗਰ ਕਹਿੰਦਾ, ਫਿਰ ਮੈਨੂੰ ਸੱਦਿਆ ਗਿਆ। ਜਦੋਂ ਆਣ ਕੇ ਵੇਖਿਆ, ਕਹਿਣ ਲੱਗਾ, ਧਿਆਨ ਸੇ ਕਹਿਣ ਲੱਗਾ, ਡਾਕਟਰ ਸਾਹਿਬ ਵੇਖੋ ਨੌ ਨਿਹਾਲ ਜੀ ਬਚ ਜਾਣਗੇ ਨਾ? ਡਾਕਟਰ ਨੇ ਇੱਕ ਪਾਲੋ ਪਾਲਕੀ ਵੇਖੀ ਜਿਹਦੇ ਚ ਪਾ ਕੇ ਨੌ ਨਿਹਾਲ ਨੂੰ ਖੜਿਆ ਗਿਆ ਸੀ। ਸਿਰਫ ਗੋਲ ਰੁਪਈਏ ਜਿੰਨਾ ਇੱਕ ਦਾਗ ਹੈ ਖੂਨ ਦਾ, ਤੇ ਕਮਰੇ 'ਚ ਖੂਨ ਦਾ ਛੱਪੜ ਲੱਗਾ ਹੋਇਆ। ਤੇ ਡਾਕਟਰ ਹੋਮੀ ਬਰਗਰ ਕਹਿੰਦਾ ਮੈਂ ਆਖਿਆ ਧਿਆਨ ਸਿੰਘ ਜੀ, ਜਿਹੜਾ ਤੁਸੀਂ ਇਹਦਾ ਇਲਾਜ ਕਰ ਦਿੱਤਾ, ਇਹਦੇ ਨਾਲ ਹੁਣ ਨੌ ਨਿਹਾਲ ਮਰਨ ਨਹੀਂ ਲੱਗੇ। ਧਿਆਨ ਸਿੰਘ ਨੇ ਆਪਣੀ ਤੇਗ ਬੇਮਿਆਨ ਕਰਕੇ ਅੱਧੀ ਡਾਕਟਰ ਹੋਮੀ ਬਰਗਰ ਨੂੰ ਵਿਖਾਈ, ਜਿਹਦਾ ਇਸ਼ਾਰਾ ਸੀ ਕਿ ਜ਼ੁਬਾਨ ਬੰਦ ਰੱਖਣੀ ਹੈ। ਉਹ ਵਿਚਾਰਾ ਲਹੂ ਦੇ ਅਥਰੂ ਕੇਰਦਾ ਹੋਇਆ ਜਦੋਂ ਬਾਹਰ ਨੂੰ ਗਿਆ, ਅਜੇ ਦਰਵਾਜ਼ੇ ਵਿੱਚ ਸੀ, ਜਾਂ ਬੇਈਮਾਨ ਨੇ ਪਿੱਛੋਂ ਆਵਾਜ਼ ਦੇ ਕੇ ਆਖਿਆ, ਕਹਿਣ ਲੱਗਾ, ਡਾਕਟਰ ਸਾਹਿਬ ਨੌ ਨਿਹਾਲ ਜੀ ਕੁੱਕੜ ਦੀ ਤਰੀ ਮੰਗਦੇ ਨੇ, ਦੇ ਦਿੱਤੀ ਜਾਵੇ। ਡਾਕਟਰ ਹੋਮੀ ਬਰਗਰ ਨੇ ਪਿੱਛਾ ਭੌਂਕ ਕੇ ਆਖਿਆ, ਕਹਿਣ ਲੱਗਾ, ਧਿਆਨ ਸਿਆ ਤਰੀ ਨਾਲ ਇਹਨਾਂ ਨੂੰ ਕੁਝ ਨਹੀਂ ਬਣਨਾ, ਹੁਣ ਸਬੂਤਾ ਮੁਰਗਾ ਛਕਣਗੇ, ਇਹਨਾਂ ਨੂੰ ਮੁਰਗੇ ਛਕਾਓ ਤੁਸੀਂ। ਧਿਆਨ ਸਿਆ ਤੇਰਾ ਬੇੜਾ ਗਰਕ ਹੋ ਜਾਵੇ, ਜੋ ਤੂੰ ਕੀਤਾ ਏਡਾ ਵੱਡਾ ਪਾਪ, ਹੁਣ ਹਰ ਪੰਜਾਬੀਆਂ ਦਾ ਬਾਦਸ਼ਾਹ ਤੂੰ ਉਹਨਾਂ ਦੇ ਕੋਲੋਂ ਖੋਹ ਲਿਆ। ਲੋਹ ਮਿੱਝ ਦਾ ਘਾਣ ਮੱਚਿਆ ਹੋਇਆ।
ਹੁਣ ਇੱਕ ਮਾਂ ਨੂੰ ਉਹਦਾ ਪੁੱਤ ਵਿਖਾਉਣ ਵਾਸਤੇ ਹੁਕਮ ਕਰ ਦਿੱਤਾ ਗਿਆ ਕਿ ਜਾਓ, ਬੈਠੀ ਹੈ ਦਰਵਾਜ਼ੇ ਦੇ 'ਚ, ਅਜੇ ਤੱਕ ਉੱਠੀ ਨਹੀਂ, ਲਿਆਓ ਨੌ ਸੱਸ ਨੂੰ ਕੋ ਆਣ ਕੇ ਵੇਖ ਲੈਣ। ਉਹ ਮਹਾਰਾਣੀ ਚੰਦ ਕੌਰਾਂ ਜਿਹਨੇ ਪੁੱਤਰ ਮੋਹ ਵਿੱਚ ਆਣ ਕੇ ਆਪਣੇ ਪਤੀ ਨੂੰ ਭੁਲਾ ਦਿੱਤਾ ਹੋਵੇ, ਤੈਨੂੰ ਵੇਖਿਆ ਤੱਕ ਨਾ ਹੋਵੇ, ਜਿਹਦੇ ਵਾਸਤੇ ਉਹਦੀ ਪੁੱਤਰ ਹੀ ਸਾਰੀ ਦੁਨੀਆ ਸੀ, ਜਾ ਕੇ ਬੇਈਮਾਨ ਸੋਹਣ ਸਿੰਘ ਨੇ ਦਰਵਾਜ਼ਾ ਖੋਲ ਕੇ ਆਖਿਆ, ਕਹਿਣ ਲੱਗਾ, ਮਹਾਰਾਣੀ ਸਾਹਿਬਾਂ, ਤੁਹਾਨੂੰ ਸਰਦਾਰ ਧਿਆਨ ਸਿੰਘ ਨੇ ਸੱਦਿਆ, ਤੁਸੀਂ ਆਣ ਕੇ ਨੌ ਨਿਹਾਲ ਨੂੰ ਮਿਲ ਲਓ। ਮਹਾਰਾਣੀ ਚੰਦ ਕੌਰਾਂ ਨੇ ਆਖਿਆ, ਕਹਿਣ ਲੱਗੇ, ਸੋਹਣ ਸਿੰਘ ਜੀ, ਮੇਰਾ ਬੱਚਾ ਠੀਕ ਹੈ ਨਾ? ਉਹਨਾਂ ਨੂੰ ਕੁਝ ਹੋਇਆ ਤੇ ਨਹੀਂ? ਮੀਆਂ ਸੋਹਣ ਸਿੰਘ ਚੁੱਪ ਕਰਕੇ ਖਲੋ ਗਿਆ, ਕੋਈ ਜਵਾਬ ਨਹੀਂ ਸੀ ਦੇ ਸਕਦਾ। ਉਹ ਨੌ ਦੀ ਆਪਣੀ ਦੀ ਬਾਹ ਫੜ ਕੇ ਪਾਗਲਾਂ ਵਾਂਗ ਉਸ ਕੋਠੜੀ ਵੱਲ ਨੂੰ ਦੌੜੀ ਹੈ ਜਿੱਥੇ ਨੌ ਨਿਹਾਲ ਦਾ ਬਾਕੀ ਸਾਰੇ ਦਾ ਸਾਰਾ ਸਰੀਰ ਸ਼ਾਂਤ ਹੈ, ਸਿਰ ਦਾ ਪਤਾ ਹੀ ਨਹੀਂ ਕਿ ਉਹਦੇ ਨਾਲ ਹੈ ਵੀ ਸੀ ਜਾਂ ਨਹੀਂ ਸੀ, ਖੋਪਰ ਟੁੱਟ ਚੁੱਕਾ ਹੈ। ਉਹ ਨੌਜਵਾਨ ਦੀ ਮਿੱਝ ਸਾਰੀ ਧਰਤੀ ਦੇ ਉੱਤੇ ਖਿਲ ਰਹੀ ਹੋਈ ਹੈ ਤੇ ਕਮਰੇ 'ਚ ਖੂਨ ਦਾ ਛੱਪੜ ਲੱਗਾ ਹੋਇਆ। ਮਹਾਰਾਣੀ ਚੰਦ ਕੌਰਾਂ ਜਦੋਂ ਉਸ ਹਨੇਰੇ ਕਮਰੇ 'ਚ ਦਾਖਲ ਹੋਣ ਲੱਗੀ, ਉਹਦੀਆਂ ਅੱਖਾਂ ਨੇ ਉਹਦਾ ਸਾਥ ਨਾ ਦਿੱਤਾ। ਆਪਣੀ ਅੱਖਾਂ ਨੂੰ 2-3 ਵਾਰ ਉਸਨੇ ਮਸਲ ਕੇ ਛੇਤੀ ਤੋਂ ਛੇਤੀ ਇਸ ਗੱਲ ਲਈ ਤਿਆਰ ਕੀਤਾ ਕਿ ਮੈਂ ਆਪਣੇ ਪੁੱਤਰ ਦਾ ਚਿਹਰਾ ਵੇਖ ਸਕਾਂ, ਉਹਨੂੰ ਵੇਖ ਸਕਾਂ। ਉਹ ਥੋੜਾ ਜਿਹਾ ਅਗਾਂਹ ਕਦਮ ਰੱਖਣ ਦਾ ਯਤਨ ਕੀਤਾ, ਉਹਦੇ ਪੈਰੀ ਪਾਈ ਹੋਈ ਜੁੱਤੀ ਆਪਣੇ ਹੀ ਪੁੱਤਰ ਦੇ ਖੂਨ ਦੇ ਵਿੱਚ ਮਾਨੋ ਚਿਪਕ ਕੇ ਰਹਿ ਗਈ ਹੋਵੇ। ਉਹਦੇ ਮਰੇ ਹੋਏ ਪੁੱਤਰ ਨੇ ਉਹਦੇ ਲੱਤਾਂ ਨੂੰ ਫੜ ਲਿਆ ਹੋਵੇ, ਉਹਦੇ ਪੈਰਾਂ ਨੂੰ ਫੜ ਲਿਆ ਹੋਵੇ, ਮਾਨੋ ਉਹਦੀ ਆਤਮਾ ਕਹਿ ਰਹੀ ਹੋਵੇ, ਮਾਂ ਤੂੰ ਹੋਣਾ ਹੀ ਆ, ਇਹਨਾਂ ਪਾਪੀਆਂ ਨੇ ਮੇਰੇ ਨਾਲ ਕੀ ਕੁਝ ਨਹੀਂ ਕੀਤਾ। ਉਹ ਪੈਰ ਪੁੱਟਣ ਲੱਗੀ, ਖੁਸ਼ੀ ਜੁੱਤੀ ਦੇ ਵਿੱਚ ਉਹਦਾ ਪੈਰ ਲਾਂਭੇ ਨਿਕਲ ਆਇਆ, ਉਹ ਜੋੜਾ ਉੱਥੇ ਦਾ ਉੱਥੇ ਰਹਿ ਗਿਆ। ਅਗਲਾ ਕਦਮ ਰੱਖਿਆ, ਉਹ ਵੀ ਖੂਨ ਦੇ ਛੱਪੜ ਦੇ ਉੱਤੇ ਜਾ ਕੇ ਟਿਕਿਆ। ਹੁਣ ਉਹਨੂੰ ਆਪਣੇ ਨੌਜਵਾਨ 6 ਫੁੱਟ ਲੰਬੇ ਹੋਣਹਾਰ ਆਪਣੇ ਲਖਤੇ ਜਿਗਰ ਜਿਹਨੂੰ ਕਦੀ ਗੋਦ 'ਚ ਖਿਡਾਇਆ ਸੀ, ਜਿਹਦਾ ਮੱਥਾ ਚੁੰਮਦਿਆਂ ਮਹਾਰਾਣੀ ਚੰਦ ਕੌਰਾਂ ਥੱਕਦੀ ਨਹੀਂ ਸੀ, ਜਿਹਨੂੰ ਕਿਤੇ ਗੋਦ 'ਚ ਲੋਰੀਆਂ ਦੇ ਕੇ ਸਵਾਇਆ ਸੀ, ਜਦੋਂ 6 ਫੁੱਟ ਲੰਮੇ ਸ਼ੇਰ ਦੀ ਲਾਸ਼ ਵੇਖੀ, ਮਹਾਰਾਣੀ ਚੰਦ ਕੌਰਾਂ ਦੁਹਾਈ ਦੇ ਕੇ ਦੁਹੱਥੜੀ ਜਾ ਕੇ ਆਪਣੇ ਪੁੱਤ ਦੀ ਛਾਤੀ ਦੇ ਉੱਤੇ ਲੇਟ ਗਈ। ਉਹ ਕਿਵੇਂ ਵੈਣ ਪਾਉਂਦੀ ਏ, ਕੀ ਤਰਲੇ ਲੈਂਦੀ ਏ। ਐਵੇਂ ਨਹੀਂ ਇਹਨਾਂ ਨੂੰ ਦਾਸਤਾਨੇ ਸਿੱਖ ਰਾਜ ਕਿਵੇਂ ਗਿਆ, ਕਿਸੇ ਨੇ ਸਿੱਖ ਰਾਜ ਦੀਆਂ ਛਾਮਾਂ, ਕਿਸੇ ਨੇ ਸਿੱਖ ਰਾਜ ਦੇ ਖੂਨੀ ਪੱਤਰੇ, ਔਰ ਕਿਸੇ ਨੇ ਕੋਈ ਨਾਂ ਦਿੱਤਾ। ਸੱਚਮੁੱਚ ਇਹ ਸਿੱਖ ਇਤਿਹਾਸ ਦੇ ਖੂਨੀ ਪੱਤਰੇ ਹਨ ਜਿਹੜੇ ਮੈਂ ਤੁਹਾਡੇ ਸਾਹਮਣੇ ਰੱਖਣ ਦਾ ਯਤਨ ਕਰ ਰਿਹਾ। ਫਾਇਦਾ ਇਹਨਾਂ ਦਾ ਤਾਂ ਹੈ ਸਾਡੇ 'ਚ ਬੈਠੇ ਹੋਏ ਅਸੀਂ ਡੋਗਰਿਆਂ ਦੀ ਪਹਿਚਾਨ ਕਰ ਸਕੀਏ, ਜਿਨ੍ਹਾਂ ਨੇ ਸਦਾ ਹੀ ਕੌਮ ਦੀ ਪਿੱਠ 'ਚ ਛੁਰਾ ਮਾਰਿਆ, ਆ ਫੇਰ ਰਾਜ ਭਾਗ ਦੇ ਮਾਲਕ ਬਣੇ। ਮੈਂ ਕਿਸੇ ਵੇਲੇ ਹੈਰਾਨ ਹੁੰਨਾ ਹਾਂ, ਅਮਰੀਕਾ ਦਾ ਰਾਸ਼ਟਰਪਤੀ ਤੁਹਾਡੇ ਗੁਆਂਢੀ, ਤੁਸੀਂ ਤੇ ਜ਼ਿਆਦਾ ਜਾਣਦੇ ਹੋ, ਬਿਲ ਕਲਿੰਟਨ ਨੇ ਇੱਕ ਝੂਠ ਬੋਲਿਆ ਸੀ ਆਪਣੀ ਸਭਾ ਦੇ ਵਿੱਚ, ਸਾਬਤ ਹੋ ਗਿਆ, ਉਹਦੀ ਪ੍ਰਜਾ ਨੇ ਉਹਨੂੰ ਲੋਹੇ ਦੇ ਚਣੇ 'ਚ ਪਾ ਕੇ ਰੱਖ ਦਿੱਤੇ। ਉਹ ਦੁਹਾਈ ਰੱਬ ਦੀ, ਸਾਡੇ ਲੀਡਰ ਸਾਡੇ ਸਾਹਮਣੇ ਰੋਜ਼ ਝੂਠ ਬੋਲਦੇ, ਰੋਜ਼ ਝੂਠ ਬੋਲਦੇ। ਅਸੀਂ ਫਿਰ ਵੀ ਜਿੰਦਾਬਾਦ ਮੁਰਦਾਬਾਦ, ਜਿੰਨਾਬਾਦ ਮੁਰਦਾਬਾਦ। ਕਿਉਂ? ਉਹਨਾਂ ਨੂੰ ਪਤਾ ਕੌਮ ਸੁੱਤੀ ਹੋਈ ਹੈ, ਜਾਗਣ ਦੀ ਲੋੜ ਹੈ। ਸਾਧ ਸੰਗਤ, ਜਾਗ ਜਾਵਾਂਗੇ ਫਿਰ ਅਸੀਂ ਰਾਜ ਭਾਗ ਦੇ ਮਾਲਕ ਬਣਾਂਗੇ। ਅਰਦਾਸ ਕਿਉਂ ਨਹੀਂ ਪ੍ਰਵਾਨ ਹੁੰਦੀ? ਸਾਨੂੰ 60 ਸਾਲ ਤੋਂ ਵੱਧ ਹੋ ਗਏ ਨੇ। ਬਖਸ਼ੋ ਜੀ, ਜਿਹੜੇ ਗੁਰਧਾਮ ਗੁਰੂ ਘਰ ਨਾਲੋਂ ਖਾਲਸੇ ਨਾਲ ਵਿਛੋੜੇ ਗਏ, ਉਹ ਖਾਲਸਾ ਲੱਭੇ ਕਿੱਥੇ? ਭਾਂਡਾ ਲੱਭੇ ਤੇ ਗੁਰੂ ਤੇ ਅੱਜ ਵੀ ਵਸਤ ਪਾਉਣ ਵਾਸਤੇ ਤਿਆਰ ਹਨ। ਅਸੀਂ ਖਾਲਸੇ ਬਣ ਜਾਈਏ, ਗੁਰੂ ਪਾਤਸ਼ਾਹ ਅੱਜ ਵੀ ਇਹ ਬਰਕਤਾਂ ਸਾਡੀ ਝੋਲੀ 'ਚ ਪਾਉਣ ਵਾਸਤੇ ਤਿਆਰ ਹਨ। ਸਾਡੇ ਸਤਿਗੁਰ ਨਾਲ ਬਾਣ ਆਵੇ, ਅਸੀਂ ਬਾਣੇ ਔਰ ਬਾਣੇ ਨਾਲ ਪ੍ਰੇਮ ਕਰੀਏ, ਮਨ ਕਰਕੇ। ਜੇ ਗੁਰੂ ਕੀ ਸੰਗਤ 'ਚ ਆਏ ਤੇ ਮਨ ਕਰਕੇ ਆਈਏ, ਜੇ ਗੁਰੂ ਦੀ ਬਾਣੀ ਪੜ੍ਹੀਏ ਤੇ ਮਨ ਕਰਕੇ ਪੜ੍ਹੀਏ, ਫਾਰਮੈਲਿਟੀ ਦੇ ਤੌਰ ਦੇ ਉੱਤੇ ਨਹੀਂ, ਜਾਂ ਕਿਸੇ ਨੂੰ ਨੀਵਾਂ ਵਿਖਾਉਣ ਵਾਸਤੇ ਨਹੀਂ, ਜਾਂ ਆਪਣੀ ਸ਼ੋਭਾ ਵਧਾਉਣ ਵਾਸਤੇ ਨਹੀਂ ਕਿ ਹਾਂ ਭਈ ਹੁਣ ਮੈਂ ਬਾਣੀ ਪੜ੍ਹ ਰਿਹਾ, ਕਿਤੇ ਦੋ ਸਿੰਘ ਮੈਨੂੰ ਮਿਲਣ ਵਾਸਤੇ ਆ ਜਾਣ ਤੇ ਮੇਰੀ ਬਾਣੀ ਪੜੀ ਸਫਲੀ ਹੋ ਜਾਏ, ਉਹਨਾਂ ਨੂੰ ਪਤਾ ਲੱਗ ਜਾਏ ਗੁਰੂ ਦਾ ਸਿੱਖ ਬੜੀ ਬਾਣੀ ਪੜ੍ਹਦਾ, ਬਣੀ ਪੜ੍ਹਦਾ। ਨਹੀਂ ਸਾਧ ਸੰਗਤ, ਅਸੀਂ ਗੁਰੂ ਦੇ ਸਿੱਖ ਬਣਨਾ ਹੈ ਔਰ ਅਰਦਾਸ ਕਰਨੀ ਹੈ, ਵਾਹਿਗੁਰੂ ਸਾਨੂੰ ਆਪਣੇ ਸਿੱਖ ਬਣਾ ਲੇ। ਇੰਨੀਆਂ ਹੀ ਅਰਦਾਸਾਂ ਬੇਨਤੀਆਂ ਨੂੰ ਪ੍ਰਵਾਨ ਕਰਨਾ। ਕੱਲ ਦੇ ਦੀਵਾਨ ਚੋਂ ਇਹ ਦਾਸਤਾਨ, ਦਰਦ ਭਰੀ ਦਾਸਤਾਨ ਤੁਹਾਡੇ ਸਾਹਮਣੇ ਜਾਰੀ ਰਹੇਗੀ। ਹੋਈਆਂ ਭੁੱਲਾਂ ਦੀ ਖਿਮਾ ਦਿਓ, ਅਸੀਸਾਂ ਬਖਸ਼ਿਸ਼ ਕਰ ਦਿਓ। ਫਤਿਹ ਬੁਲਾਓ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।